पंडित सीगा, पंडित सीगा बहुत वधिया विद्वान सी बेचारा, पढ़िया लिखिया पंडित सीगा। ते वो गंगा किनारे जांदा रोज़ तड़के उठ के, ते आके मन के चल वो रोज़ धोती नुच्चड़दी लेके आउंदा, ਉਹਦੇ ਬਾਹਰ ਉਹਦੇ ਵਿੱਚ ਸੰਝਲਾ ਹੋ ਕਰਿਆ ਹੁੰਦਾ, ਧੋ ਕੇ ਧੋਤੀ ਨੁੱਚੜਦੀ ਲਿਆਉਂਦਾ, ਲਿਆ ਕੇ ਇੱਕ ਬੂਟਾ ਹੁੰਦਾ ਉਹਦੇ ਜੜ੍ਹ 'ਚ ਨਿਚੋੜ ਦਿੰਦਾ। ਉਹ ਬੂਟਾ ਰੋਜ਼ ਦੀ ਰੋਜ਼ ਵਧਿਆ ਕਰੇ, ਹਰ ਰੋਜ਼ ਵਧਿਆ ਕਰੇ, ਉਹ ਨਵੇਂ ਪੱਤੇ ਕੱਢਿਆ ਕਰੇ। ਉਹ ਭਾਈ ਹੌਲੀ 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 ਦਿਨ ਪਾ ਕੇ ਬੂਟਾ ਅਡਾਰ ਹੁੰਦਾ ਗਿਆ ਅਤੇ ਪੰਡਤ ਵੜੇਪਾ ਆਉਂਦਾ ਗਿਆ। ਅਤੇ ਪੰਡਤ ਆ ਉਹਦੇ ਮੁੰਡੇ ਨੂੰ ਕਹਿੰਦਾ ਵੀ ਐਂ ਕਰ ਭਾਈ, ਮੈਨੂੰ ਗੰਗਾ ਕਿਨਾਰੇ ਜਾਣਾ ਔਖਾ, ਹੁਣ ਤੁਰਿਆ ਨਹੀਂ ਜਾਂਦਾ ਮੈਥੋਂ, ਮੈਂ ਫਿਰਦਾ ਐ, ਤੈਨੂੰ ਕਹਿੰਦਾ ਇੱਕ ਸੇਵਾ ਲਾਊਂਗਾ ਮੈਂ, ਇਹ ਨਾ ਹੀ ਚੱਲੀ ਆਪਦੀ ਭਾਈ। ਕਹਿੰਦਾ ਜੀ ਦੱਸੋ। ਕਹਿੰਦਾ ਵੀ ਆਹ ਬੂਟੇ ਨੂੰ ਮੈਂ ਐਡਾ ਛੋਟਾ ਜਿਹਾ ਹੁੰਦਾ ਸੀ ਜਦ ਮੈਂ ਇਹ ਪਾਲਣ ਲੱਗੇ ਨੂੰ, ਮੈਂ ਡਰ ਕਰ ਲਿਆ, ਬੂਟਾ ਗੱਭਰੂ ਹੋ ਗਿਆ, ਮੈਂ ਵੜੇਪਾ ਆ ਗਿਆ ਮੇਰੇ 'ਤੇ, ਅਤੇ ਤੈਂ ਕਹਿੰਦਾ ਭਾਈ ਇਹਦਾ ਤਾਂ ਸੇਵਾ ਕਰਨੀ ਆ ਜਦ ਤੱਕ ਤੂੰ ਗੰਗਾ ਕਿਨਾਰੇ ਜਾਣਾ। ਕਹਿੰਦਾ ਵੀ 7 ਵਚਨ ਜਾਇਆ ਕਰੂ। ਉਹ ਭਾਈ ਗੰਗਾ ਕਿਨਾਰੇ ਜਾਇਆ ਕਰੇ, ਗੰਗਾ ਜਲ ਲਿਆਇਆ ਕਰੇ, ਲਿਆ ਕੇ ਬੂਟੇ 'ਚ ਪਾ ਦਿਆ ਕਰੇ। ਸਿਆਣਿਆਂ ਦੀ ਕਹਾਵਤ ਹੈ, ਕਹਿੰਦੇ ਜੇ ਕੋਈ ਇੱਟ ਨੂੰ ਵੀ ਪੂਜਣ ਲੱਗ ਜੇ ਤਾਂ ਇੱਟ ਵੀ ਵਰ ਦੇਣ ਲੱਗ ਜਾਂਦੀ ਹੈ। ਉਹ ਭਾਈ ਇੱਕ ਦਿਨ ਬੂਟੇ ਨੇ ਫਲ ਚੱਕ ਲਿਆ, ਫਲ ਦੇਣ ਲੱਗ ਗਿਆ। ਉਹ ਬੈਠਾ ਉਸੇ ਬੂਟੇ ਦੇ ਥੱਲੇ, ਜਿਹੜਾ ਬਿਰਧ ਸੀ ਪੰਡਤ, ਉਹਦੀਆਂ ਬੈਠੇ ਬੈਠੇ ਦੀ ਤਾਂ ਨਿਗਾਹ ਵੱਜੀ ਵੀ ਫਲ ਚੱਕ ਲਿਆ ਬੂਟਿਆਂ ਨੇ, ਵੀ ਇੰਨੇ ਸਾਲਾਂ ਪਿੱਛੋਂ ਨੂੰ ਫਲ ਲੱਗਿਆ, ਵੀ ਕੋਈ ਵਜ੍ਹਾ ਹੈ। ਉਹਨੇ ਸੋਚਿਆ ਵੀ ਉਹ ਆਪਦੀਆਂ ਜਾਂਤਰੀਆਂ ਜੁੰਤਰੀਆਂ ਪੜ੍ਹਦਾ ਹੁੰਦਾ ਪੰਡਤ, ਉਹਨੇ ਆਵਾਜ਼ ਮਾਰੀ ਆਪਦੀ ਨੂੰਹ ਨੂੰ, ਲਾ ਲੈ। ਕਹਿੰਦਾ ਭਾਈ ਮੇਰੀ ਜਾਂਤਰੀ ਲੈ ਕੇ ਆਓ, ਮੈਂ ਪੜ੍ਹਨੀ ਹੈ। ਉਹਨਾਂ ਲਿਆ ਕੇ ਜਾਂਤਰੀ ਭਈ ਉਹਦੇ ਮੰਜੇ 'ਤੇ ਰੱਖਦੀ, ਪੜ੍ਹਨ ਲੱਗ ਗਿਆ। ਉਹਨੇ ਜਾਂਤਰੀ ਪੜ੍ਹੀ ਗਿਆ, ਅਤੇ ਜਿਉਂ ਜਿਉਂ ਜਾਂਤਰੀ ਪੜ੍ਹੀ ਗਿਆ, ਜਿਉਂ ਜਿਉਂ ਫਾਲਤੀ ਕਰਨ ਲੱਗ ਗਈ, ਉਹਦੇ ਥੱਲੇ ਪੜ੍ਹਦਾ ਸੀ ਬੈਠ ਕੇ। ਅਤੇ ਜਦੋਂ ਕਰਨ ਲੱਗ ਗਏ, ਉਹਨੇ ਜਾਂਤਰੀ ਪੜ੍ਹਤੀ, ਪੜ੍ਹ ਕੇ ਜਾਂਤਰੀ ਆਪਦਾ ਜਿਵੇਂ ਕਰਨਾ ਤੀ ਕਰਕੇ, ਜਿਹੋ ਜਿਹਾ ਹੈਗਾ ਤੀ ਉਹਦਾ ਮਾਹੌਲ, ਉਹਨੇ ਕਰਕੇ ਉਵੇਂ ਜ਼ਿਕਰੀ ਉਹਨੂੰ ਰੱਖਤਾ ਜਾਂਤਰੀ ਨੂੰ, ਆਪ ਉਹ ਟੇਢਾ ਹੋ ਗਿਆ ਮੰਜੇ 'ਤੇ। ਪਏ ਪਿੰਡ 'ਤੇ ਨਿਗਾਹ ਮਾਰੀ, ਉਹਨੇ ਸੋਚਿਆ ਵੀ ਫਲ ਪਹਿਲਾਂ ਕੱਚੇ ਤੇ ਹੁਣ ਪੱਕ ਗਈ। ਉਹਨੇ ਫੇਰ ਆਵਾਜ਼ ਮਾਰੀ ਅੰਦਰੋਂ, ਕਹਿੰਦਾ ਭਾਈ ਬਾਹਰੇ ਆਓ। ਉਹ ਕਹਿੰਦੀ ਹਾਂ ਬਾਪੂ ਜੀ ਆ ਗਈ। ਕਹਿੰਦਾ ਭਾਈ ਕੋਈ ਟੋਕਰੀ ਟਾਕਰੀ ਕੋਈ ਚੀਜ਼ ਲਿਓ, ਫਲ ਪੱਕ ਗਏ, ਆਪਾਂ ਨੂੰ ਤੋੜੀਏ। ਉਹ ਭਾਈ ਫਲ ਤੋੜਨ ਲਾਤੀ ਉਹਨੇ ਆਪਦੀ ਨੂੰਹ ਲਾ ਲੈ। ਅਤੇ ਇਤਨੇ ਟਾਈਮ ਹੋ ਗਿਆ ਗੰਗਾ ਜਾਣ ਦਾ। ਆਪਦੇ ਮੁੰਡੇ ਨੂੰ ਆਵਾਜ਼ ਮਾਰੀ ਪਈ, ਕਹਿੰਦਾ ਪੁੱਤ ਗੰਗਾ ਜਾ, ਗੰਗਾ ਜਲ ਲੈ ਕੇ ਆ, ਬੂਟੇ ਨੇ ਇੰਨੇ ਸਮੇਂ ਪਿੱਛੋਂ ਫਲ ਚੱਕੇ। ਅਤੇ ਭਈ ਆ ਗਏ ਹੋਰ, ਤੂੰ ਮੈਂ ਦੇਖ ਦਿਖਾਈ ਵਾਲੇ ਆ ਗਏ ਵੀ ਇੰਨੇ ਸਾਲ ਹੋ ਗਏ ਯਾਰ ਇਹ ਬੂਟਾ ਇਹਨੇ ਪਾਲਿਆ, ਵੀ ਇੰਨੇ ਸਮੇਂ ਪਿੱਛੋਂ ਨੇ ਫਲ ਕਿਉਂ ਚੱਕਿਆ ਇਹ ਬੂਟੇ ਨੇ। ਉਹ ਕਹਿੰਦੇ ਵੀ ਤੂੰ ਐਡਾ ਵੱਡਾ ਵਿਦਵਾਨ ਪੰਡਤ ਹੈ, ਵੀ ਤੂੰ ਦੱਸ ਵੀ ਇਹ ਬੂਟੇ ਨੇ ਇੰਨੇ ਚਿਰ ਪਿੱਛੋਂ ਫਲ ਕਿਉਂ ਚੱਕਿਆ। ਉਹ ਕਹਿੰਦਾ ਵੀ ਮੈਂ ਨਹੀਂ ਇਹ ਦੱਸ ਸਕਦਾ। ਕਹਿੰਦਾ ਕਿਉਂ? ਕਹਿੰਦਾ ਮੇਰੇ ਮੂੰਹ ਦੇ ਵਿੱਚ ਦੰਦ ਨਹੀਂ ਹੈਗੇ, ਮੈਂ ਇਹਦੇ ਕੋਲ ਨਹੀਂ ਦੱਸ ਸਕਦਾ। ਬੂਟੇ ਦੀ ਜਿਹਦੇ ਮੂੰਹ 'ਚ ਦੰਦ ਨੇ ਤਾਂ 4 ਕੰਨਾਂ ਤੋਂ ਸੰਪੂਰਨ ਹੋਇਆ ਪੰਡਤ, ਉਹ ਇਹਦੇ ਕੋਲ ਦੱਸੂਗਾ ਵੀ ਮੇਰੇ ਮੂੰਹ 'ਚ ਨਹੀਂ। ਚੱਲ ਪਈ ਉਹਨੂੰ ਲੋਕ ਦੇਖਣ ਆਉਣ ਲੱਗ ਗਏ, ਦੂਰੋਂ ਦੂਰੋਂ ਲਵੇ ਲਾਉਣੇ ਵਾਲੇ ਦੇਖਿਆ ਕਰਨ ਵੀ ਐਡੀ ਉਮਰ ਦਾ ਬੂਟਾ ਇੰਨੀ ਉਮਰ ਤੋਂ ਆ ਕੇ ਨੇ ਫਲ ਕਿਉਂ ਚੱਕਿਆ। ਚਰਚਾ ਹੋ ਗਈ ਲਵੇ ਲਾਉਣੇ ਪਿੰਡਾਂ 'ਚ। ਤਾਂ ਗੱਲ ਮੁੱਕਦੀ ਕਰ ਬੂਟੇ ਦੀ ਪੂਜਾ ਹੋਣ ਲੱਗ ਗਈ। ਉਹ ਜਦੋਂ ਭਾਈ ਹਰੇਕ ਬੁੜੀ ਆ ਕੇ ਖੰਮਣੀ ਬੰਨ੍ਹ ਦਿਆ ਕਰੀ, ਹਰੇਕ ਬੁੜੀ ਆ ਕੇ ਉਹਦੇ ਨਾਲ ਖੰਮਣੀ ਬੰਨ੍ਹ ਦਿਆ ਕਰੀ। ਤਾਂ 2 ਕੁ ਦਿਖਾਵਾ ਹੋ ਗਿਆ, ਤੂੰ ਮੈਂ ਚੱਲ ਪਈ।
ਚੱਲ ਪਿਓ ਆਪਦੇ ਮੁੰਡੇ ਨੂੰ ਕਹਿੰਦਾ ਪੁੱਤ ਗੱਲ ਸੁਣ ਮੇਰੀ, ਇਹ ਆ ਲੋਕ ਦਿਖਾਵਾ ਦੁਨੀਆ, ਜਿੱਧਰ ਨੂੰ ਮਰਜ਼ੀ ਡੋਰੂ ਖੜਕਾ ਦੇ ਉੱਧਰ ਹੀ ਖੜਕ ਜਾਂਦੇ। ਕਹਿੰਦੇ ਤੇ ਬੂਟੇ ਦੀ ਕੋਲ ਹੈ ਜਿਹੜੀ ਨਾ, ਉਹ ਤੂੰ ਕਹਿੰਦਾ ਆਪਦੇ ਮੁੰਡੇ ਨੂੰ ਬਚਪਨੇ ਤੋਂ ਲੈ ਕੇ ਗਬਰੇਟੇ ਤੱਕ ਉਹਨੂੰ ਹੋਰ ਪੜ੍ਹਤ ਨਾ ਪੜ੍ਹਾਈ, ਗੀਤਾ ਪੜ੍ਹਾ ਦੀ ਇਕੱਲੀ। ਉਹ ਇਹ ਕੁਲ ਦੱਸੂਗਾ ਵੀ ਇਹਦੀ ਕੁਲ ਕੀ ਹੈ। ਦੱਸ ਤਾਂ ਕਹਿੰਦਾ ਮੈਂ ਵੀ ਸਕਦਾ, ਪਰ ਮੇਰੇ ਮੂੰਹ 'ਚ ਦੰਦ ਨਹੀਂ ਹੈਗੇ। ਜੇ ਮੈਂ ਇਹਦੀ ਕੁਲ ਦੱਸਣ ਲੱਗ ਗਿਆ ਸੁੱਕਣ ਲੱਗ ਜੂ, ਕਿਉਂ? ਮੇਰੇ ਦੰਦ ਨਹੀਂ ਹੈਗੇ। ਇਹ ਦੰਦਾਂ ਵਾਲਾ ਦੱਸੂਗਾ, ਜਿਹਦੇ ਮੂੰਹ 'ਚ ਦੰਦ ਹੋਏ ਪੂਰੇ, ਉਹ ਇਹਦੀ ਕੁਲ ਦੱਸੂਗਾ, ਤਾਂ ਇਹ ਬੱਚੂ ਨਹੀਂ ਸੁੱਕੂਗਾ। ਇਹਦੀ ਉਮਰ ਕਹਿੰਦਾ ਇੰਨੀ ਹੈ, ਤੇਰੇ ਜਵਾਕਾਂ ਦਾ ਕਿ ਤੇਰੇ ਗਾਂ ਪੜੋਤੇ ਵੀ ਨਹੀਂ ਤੂੰ ਕਰ ਸਕਦਾ, ਏਡੀ ਉਮਰ ਹੈ ਇਹਦੀ। ਕਹਿੰਦਾ ਜਦ ਉਹਨੇ ਪੜ੍ਹਤ ਨੇ ਗੱਲ ਕਹੀ ਤਾਂ ਇੱਕ ਟਾਣੀ ਸੁੱਕਣ ਲੱਗ ਗਈ। ਕਿਉਂ? ਉਮਰ ਦੱਸ ਬੈਠਾ। ਉਹਨੇ ਪਈ ਚੁੱਪ ਕਰਕੇ, ਪੰਡਤ ਚੁੱਪ ਕਰ ਗਿਆ ਉੱਥੇ। ਉਹਨੇ ਜਦੋਂ ਦੇਖ ਲਿਆ ਵੀ ਡਾਣੀ ਦਾ ਪਤਾ ਕਮਲਾ ਗਿਆ ਵੀ ਮੈਂ ਇਹਦੀ ਉਮਰ ਦੱਸ ਬੈਠਾ। ਚੱਲ ਭਾਈ ਉਹਨੇ ਉਹੀ ਗੱਲ ਕਰੀ ਜਿਹੜੀ ਉਹਨੇ ਦੱਸਿਆ। ਪੰਡਤ ਨੇ ਉਹਦੇ ਮੁੰਡੇ, ਆਪਦੇ ਮੁੰਡੇ ਤੋਂ ਉਹਨੇ ਗੀਤਾ ਪੜ੍ਹਾਈ। ਬਚਪਨੇ ਤੋਂ ਲੈ ਕੇ ਸਿਆਣੇ ਕਹਿੰਦੇ ਨੇ ਵੀ ਜਦ ਬੰਦੇ ਦੀ ਅੱਧੀ ਉਮਰ ਕਿੱਥੇ ਹੁੰਦੀ ਹੈ, ਜਾ ਕੇ 30 ਤੇ 33 ਸਾਲਾਂ ਦੇ ਵਿੱਚ। ਅਸਲ ਗਬਰੇਟਾ 33 ਸਾਲ ਦਾ, 30 ਦਾ ਉਹਨੂੰ ਕਹਿੰਦੇ ਨੇ। ਹੁਣ ਤਾਂ ਮੰਨ ਕੇ ਚੱਲ ਸਾਰੀ 15 ਸਾਲ ਦਾ ਗੱਭਰੂ ਹੋ ਜਾਂਦਾ। ਉਹ ਸਮੇਂ ਦੀ ਗੱਲ ਦੱਸਦਾ। ਠੀਕ ਹੈ। ਉਹ ਸਮੇਂ ਦੇ ਵਿੱਚ 30 ਸਾਲ ਦਾ ਗਬਰੇਟਾ ਮੰਨਦੇ ਸੀ। ਉਹਨੇ ਗਬਰੇਟੇ ਤੱਕ ਉਹਨੂੰ ਮੁੰਡੇ ਨੂੰ ਗੀਤਾ ਪੜ੍ਹਾਈ। ਉਹ ਹੁਣ ਬਿਰਧ ਹੋ ਗਿਆ, ਉਹਦਾ ਬਜ਼ੁਰਗ ਤਾਂ ਚੱਲ ਹੀ ਗਏ, ਉਹ ਮੁੰਡਾ ਵੀ ਬਿਰਧ ਹੋ ਗਿਆ। ਉਹਦਾ ਮੁੰਡਾ ਉਹ ਲੱਗ ਗਿਆ, ਕਹਿੰਦਾ ਪੁੱਤ ਹੁਣ ਤੈਨੂੰ ਕੁਛ ਪਤਾ ਲੱਗਿਆ, ਇੰਨੇ ਬਾਰੇ ਤਾਂ ਗੀਤਾ ਪੜ੍ਹ ਲਈ ਵੀ ਇਹ ਬਿਰਸ ਦਾ ਬੂਟੇ ਦੀ ਕੋਲ ਦਾ ਪਤਾ ਤੈਨੂੰ? ਉਹ ਕਹਿੰਦਾ ਵੀ ਪਿਤਾ ਮੈਨੂੰ ਪਤਾ ਤਾਂ ਹੈਗਾ ਕੁਲ ਦਾ, ਵੀ ਮੈਂ ਡਰਦਾ ਸੁੱਕ ਨਾ ਜਾਵੇ, ਇੱਕ ਡਾਣੀ ਸੁੱਕੀ ਹੋਈ ਹੈ ਇਹਦੀ, ਵੀ ਕਿਤੇ ਸਾਰਾ ਨਾ ਸੁੱਕ ਜੇ। ਉਹ ਕਹਿੰਦਾ ਉਹਦੇ ਬਾਰੇ ਤਾਂ ਮੈਨੂੰ ਪਤਾ ਵੀ ਕਿਉਂ ਸੁੱਕੀ ਹੈ ਇਹ, ਪਰ ਕਹਿੰਦਾ ਮੈਨੂੰ ਐ ਦੱਸ ਵੀ ਤੂੰ ਇਹਦੀ ਕੁਲ ਦੱਸ ਕੀ ਹੈ। ਉਹ ਕਹਿੰਦਾ ਲੈ ਮੈਂ ਦੱਸ ਦਿੰਦਾ। ਢੋਲ ਵੱਜ ਗਈ ਪਿੰਡਾਂ ਦੇ ਵਿੱਚ, ਜਿਵੇਂ ਚਰਚਾ ਹੋਈ ਸੀ ਹਾਂ ਵੀ ਅੱਜ ਪੰਡਤ ਦਾ ਮੁੰਡਾ ਇਹਦੀ ਕੁਲ ਦੱਸੂ, ਵੀ ਇਹ ਕਿੰਨੀ ਕੁਲ ਹੈ ਇਹਦੀ, ਕੀ ਹੈਗੀ ਹੈ, ਕੀ ਗੱਲ ਹੈ, ਕੀ ਬਾਤ ਹੈ, ਵੀ ਇੰਨੀ ਉਮਰ ਦਾ ਬੂਟੇ ਨੇ ਫਲ ਕਿਉਂ ਦਿੱਤਾ। ਉਹਨੇ ਭਾਈ ਢੋਲ ਵੱਜ ਕੇ ਪਿੰਡਾਂ 'ਚ ਇਕੱਠ ਹੋ ਗਿਆ, ਬੂਟੇ ਦੇ ਚਾਰ ਸਪੇਰੇ ਖੁੱਲੀ ਜਗ੍ਹਾ 'ਤੇ ਬੈਠ ਗਏ ਲੋਕ। ਹੁਣ ਉਹ ਬੂਟੇ ਦੇ ਥੱਲੇ ਬੈਠਾ ਸੀ, ਕੁਲ ਦੱਸਣ ਲੱਗ ਗਿਆ। ਫਲ ਜੋਰਾਂ 'ਤੇ ਕਿਰਿਆ ਖੜਾ, ਜਿੰਨੇ ਫਲ ਸਭ ਕਿਰ ਗਏ। ਹੁਣ ਥੱਲੇ ਗੀਤਾ ਪੜ੍ਹੀ ਜਾਂਦਾ ਨਾ, ਉਹਦੀ ਕੁਲ ਦੱਸੀ ਜਾਂਦਾ। ਕਹਿੰਦਾ ਵੀ ਇਹਦੀ ਕੁਲੇ ਸੀ ਇਸ ਬੂਟੇ ਦੀ, ਇਹ ਪਿੱਛੇ ਇੱਕ ਬੁਖਾਰੀ ਸੀਗਾ, ਜਿਵੇਂ ਆਪਾਂ ਕਹਿੰਦੇ ਨੇ ਮੰਗਤਾ। ਕਹਿੰਦਾ ਇਹ ਪਿੱਛੇ ਮੰਗਤਾ ਤੀ। ਜਦ ਕਹਿੰਦਾ ਕਿਸੇ ਨੇ ਇਹਨੂੰ ਖੈਰ ਨਾ ਪਈ ਨਾ, ਇਹ ਪਿੰਡਾਂ 'ਚ ਜਾਣੋਂ ਹਟ ਗਿਆ, ਇਹ ਰੋਹੀ 'ਚ ਰਹਿਣ ਲੱਗ ਗਿਆ, ਰੋਹੀ ਰੰਜ 'ਚ ਰਹਿਣ ਲੱਗ ਗਿਆ। ਵੀ ਹੁਣ ਪਿੰਡਾਂ 'ਚ ਆਪਾਂ ਜਾ ਕੇ ਕੀ ਕਰਨਾ, ਆਪਾਂ ਨੂੰ ਖੈਰ ਤਾਂ ਕੋਈ ਦਿੰਦੇ ਹੀ ਨਹੀਂ। ਕਹਿੰਦਾ ਸਮਾਂ ਆ ਗਿਆ, ਇਹਦੀਆਂ ਅੱਖਾਂ ਦੀਆਂ ਭਲਫਣਾਂ ਦੇ ਵਾਲ ਇੰਨੇ ਵੱਧ ਗਏ, ਪੈਰਾਂ 'ਤੇ ਆਉਣ ਲੱਗ ਗਏ। ਐਡੀ ਉਮਰ ਸੀ ਇਹਦੀ। ਕਹਿੰਦਾ ਇਹਦੀ ਜਿਹੜਾ ਮਾਂਗਰਲੀ ਕੁਲ ਹੈ, ਉਦੋਂ ਵੀ 2 ਗੁਣੇ ਜ਼ਿਆਦਾ ਉਮਰ ਤੀ। ਭਲਫਣਾਂ ਦੇ ਵਾਲ ਤੋਂ ਲਾ ਲਾ ਪੈਰਾਂ 'ਤੇ ਆਉਣਗੇ, ਕਿੰਨੀ ਉਮਰ ਦੇ 'ਤੇ ਜਾ ਕੇ ਆਉਣਗੇ ਉਹ। ਕਹਿੰਦਾ ਭਾਈ ਇਹ ਉਹਨੇ ਸੰਤਾਂ ਨੇ ਭਲਫਣਾ ਚੱਕ ਕੇ ਨਾ ਮੋਢਿਆਂ 'ਤੇ ਧਰ ਲੈਂਦਾ ਮਗਰ, ਫਿਰ ਉਹਨੂੰ ਦੀਂਦਾ ਮੂਹਰੇ, ਫਿਰ ਉਹ ਤੁਰਦਾ ਜੇ 2-4 ਕਰਮਾਂ ਕਿਸੇ ਪਾਸੇ ਜਾਂਦਾ। ਪਰ ਕਹਿੰਦਾ ਜਿਹੜੀ ਇਹਦੀ ਕੁਲ ਹੈ ਨਾ, ਉਹ ਸੰਤਾਂ ਦੇ ਜਦੋਂ ਕਹਿੰਦਾ ਰੁੰਮ ਝਾੜਨ ਲੱਗ ਗਏ ਬੜੇਪੇ 'ਚ ਆ ਕੇ, ਜਮਾਨ ਹੋ ਗਿਆ ਵੀ ਹੁਣ ਖਤਮ ਹੋਊ ਇਹ। ਉਦੋਂ ਕਹਿੰਦਾ ਉਹ ਰੁੰਮ ਗੁੱਸੀ ਜਦੋਂ ਨੇ ਰੱਖਤੀਆਂ ਵਾਹ ਕੇ ਸੰਤਾਂ ਨੇ,
ਤੇ ਐ ਬਾਹ ਕੇ ਗੁੱਸੀ ਰੱਖਤੀ। ਕਹਿੰਦਾ ਉਹ ਭੱਜ ਕੇ ਹਵਾ ਨਾਲ ਇਸ ਜਗ੍ਹਾ ਤੇ ਆ ਗਏ ਜਿੱਥੇ ਦੇ ਤਣੇ ਲੱਗ ਗਿਆ ਕਿ ਇਹਨੇ ਕਹਿੰਦਾ ਪਹਿਲਾਂ ਫਲ ਕਿਉਂ ਨਹੀਂ ਦਿੱਤਾ। ਪਹਿਲਾਂ ਫਲ ਉਹਨੇ ਤਾਂ ਨਹੀਂ ਦਿੱਤਾ ਕਿਉਂ ਉਹਨੂੰ ਉਹਨੇ ਸਮਾਂ ਕਿਸੇ ਨੇੜੇ ਖੈਰ ਹੀ ਨਹੀਂ ਤੀ ਪਈ ਜੋਗੀ ਨੂੰ। ਤੇ ਮੰਗਤੇ ਨੂੰ ਲਾ ਲਿਆ, ਜੋਗੀ ਲਾ ਲਿਆ, ਕੋਈ ਚੀਜ਼ ਵੀ ਉਹਨੂੰ ਖੈਰ ਨਹੀਂ ਤੀ ਪਾਈ ਕਿਸੇ ਨੇ। ਕਦ ਤੱਕ? ਕਹਿੰਦਾ 109 ਸਾਲ ਤੱਕ ਖੈਰ ਨਹੀਂ ਤੀ ਦਿੱਤੀ ਉਹਨੂੰ ਕਿਸੇ ਨੇ। 109 ਸਾਲ ਦਾ ਤੀ ਜਦੋਂ ਖੈਰ ਮੰਗਣੋਂ ਹਟਿਆ। 109 ਸਾਲ ਦੇ ਉਹਨੂੰ ਕਿਸੇ ਨੇ ਖੈਰ ਨਹੀਂ ਪਾਈ। ਕਹਿੰਦਾ 109 ਸਾਲ ਦੇ ਹੋ ਕੇ ਇਹਨੇ ਫਲ ਚੱਕਿਆ। ਕਹਿੰਦਾ ਕਿਵੇਂ? ਕਹਿੰਦਾ ਜਿਸ ਦਿਨ ਉਹਦੀਆਂ ਭਲਫਣਾਂ ਦੇ ਵਾਲ ਝੜੇ ਨੇ ਉਸ ਸਮੇਂ ਤੇ ਆ ਕੇ ਨੇ ਫਲ ਚੱਕਿਆ। ਕਹਿੰਦਾ ਇਹਦੀ ਕੁਲ ਇਹ ਆ ਭਾਈ, ਜਦ ਉਹਨੇ ਕੁਲ ਦੱਸੀ ਮੰਨ ਲੈ ਪਿੰਡ ਦੇ ਵਿੱਚ ਰੋਸ਼ਨੀ ਹੋ ਗਈ, ਚਾਰ ਸਪਰੇ ਗਰਮ ਹੋਣ ਲੱਗ ਗਈ। ਉਹ ਕਹਿੰਦੇ ਵੀ ਇਹ ਕੀ ਗੱਲ ਆ? ਪਿੰਡ ਦੇ ਇੱਧਰ ਨੂੰ ਝਾਕਦੇ ਆ ਭਾਂਚੋ ਦੇ ਚਮਕਾਰ ਹੀ ਪੈਂਦਾ ਜਿਵੇਂ ਸਿਉਣਾ ਚਮਕਦਾ ਹੁੰਦਾ। ਉਹ ਕਹਿੰਦੇ ਬਾਬਾ ਜਦੋਂ ਅਸੀਂ ਪਿੰਡ ਕਿੰਨੀ ਝਾਕਦੇ ਆਪਾਂ ਚਮਕਾਰਾ ਕੋ ਪੈਂਦਾ, ਸਿਉਣੇ ਵਾਂਗੂ ਚਮਕਦਾ ਕੋ ਪਿੰਡ। ਕਹਿੰਦਾ ਇਹ ਵੀ ਦੱਸੂ ਭਾਈ ਤੁਹਾਨੂੰ, ਮੈਂ ਬੈਠੇ ਰਹੋ ਸੁਣ ਕੇ ਜਾਇਓ। ਕਹਿੰਦਾ ਵੀ ਅੱਛਾ। ਉਹ ਕਹਿੰਦਾ ਭਾਈ ਐਂ ਕਰੋ, ਜਿਹੜਾ ਕੋਈ ਆਪਣੇ ਚੋਂ ਮੰਨ ਲਾ ਕੋਈ ਜਤੀ ਬੰਦਾ ਪਰਾਈ ਇਸਤਰੀ ਕੋਲੇ ਨਹੀਂ ਗਿਆ ਜਾਂ ਪਰਾਈ ਇਸਤਰੀ ਨੂੰ ਕਿਸੇ ਨੇ ਬੁਲਾਇਆ ਨਹੀਂ, ਇਸਤਰੀ ਵੱਲੋਂ ਸਹੀ ਹੈ, ਉਹਦਾ ਫਲ ਤੋੜਿਓ, ਦੂਜਾ ਬੰਦਾ ਨਾ ਤੋੜਿਓ। ਇੱਕ ਫਲ ਤੋੜ ਕੇ ਦੇ ਦਿਓ ਮੈਨੂੰ, ਫਿਰ ਮੈਂ ਦੱਸ ਦੂੰ ਵੀ ਗਰਮ ਕਿਉਂ ਹੁੰਦੀ ਹੈ। ਹੁਣ ਉਹਦੇ ਵਿੱਚੋਂ ਕੋਈ ਹੈ ਨਾ ਸਹੀ, ਕੋਈ ਵੀ ਨਾ। ਉਹ ਹੱਸ ਪਿਆ ਪਣ। ਕਹਿੰਦਾ ਭਾਈ ਤੁਸੀਂ ਤਾਂ ਮੈਥੋਂ ਸਾਰਾ ਕੁਝ ਪੁੱਛੀ ਜਾਂਦੇ ਹੋ, ਤੁਸੀਂ ਇੱਕ ਫਲ ਨਹੀਂ ਤੋੜ ਸਕਦੇ। ਇੰਨੀ ਸੰਗਤ ਬੈਠੀ ਆ, ਕੋਈ ਸੰਗਤ ਤੱਕ ਹੱਥ ਕੱਢ ਕੇ ਕੋਈ ਮੈਂ ਫਲ ਤੋੜ ਦੂੰ। ਫਲ ਉਹ ਤੋੜਿਓ ਜਿਹੜਾ ਸਤੀ ਹੋਊਗਾ। ਜਤੀ ਤਾਂ ਹੁੰਦਾ ਨਹੀਂ ਕੋਈ। ਜਤੀ ਉਹਨੂੰ ਕਿਹਾ ਜਾਂਦਾ ਜਿਹੜਾ ਜ਼ਮੀਨ ਇਸਤਰੀ ਕੋਲੇ ਗਿਆ, ਉਹਨੂੰ ਜਤੀ ਕਿਹਾ ਜਾਂਦਾ। ਸਤੀ ਉਹਨੂੰ ਕਿਹਾ ਜਾਂਦਾ ਜਿਹੜਾ ਪਰਾਈ ਕੋਲੇ ਨਾ ਗਿਆ। ਉਹ ਕਹਿੰਦਾ ਭਾਈ ਜੇ ਕੋਈ ਹੈਗਾ ਉੱਠ ਖੜੋ, ਪਰ ਹੈ ਤੇ ਇੱਕ, ਪਰ ਉਹ ਜਦ ਸਤੀ ਦੀ ਹੋ, ਪਰ ਤਾਂ ਇੱਕ ਵਾਰਾਂ ਜ਼ਰੂਰ ਇੱਕ ਅੱਖ ਨਾਲ ਦੇਖਿਆ ਗਿਆ ਸੀ। ਉਹਨੂੰ ਖਤਰਾ ਹੋ ਗਿਆ ਵੀ ਜੇ ਮੈਂ ਫਲ ਚੋੜ ਲਿਆ ਬੂਟਾ ਨਾ ਸੁੱਕ ਜੇ। ਉਹ ਖੜਾ ਹੋ ਕੇ ਕਹਿੰਦਾ ਬਾਬਾ ਹੈ ਤਾਂ ਹੈਗੇ ਆ, ਪਰ ਇੱਕ ਅੱਖੋਂ ਥੋੜ੍ਹੇ ਜਿਹੇ ਕਾਣੇ ਹੈ। ਉਹ ਕਹਿੰਦਾ ਭਈ ਉਹ ਕਿਵੇਂ? ਕਹਿੰਦਾ ਜੀ ਇੱਕ ਔਰਤ ਲੰਘੀ ਜਾਂਦੀ ਤੀ ਮੈਥੋਂ, ਉਹ ਮੈਂ ਕਿਸੇ ਕਿੰਨੀ ਝਾਕਿਆ ਨਹੀਂ ਤੀ। ਇੱਕ ਵਾਰ ਉਹ ਔਰਤ ਦੇ ਤੋਂ ਮੈਂ ਝਾਂਜਰਾਂ ਖੜਕਦੀਆਂ ਸੁਣੀਆਂ, ਇੱਕ ਅੱਖ ਮੈਥੋਂ ਉਹਦੇ ਕਿੰਨੀ ਦੇਖਿਆ ਗਿਆ। ਕਹਿੰਦਾ ਭਾਈ ਤੂੰ ਫਲ ਨਾ ਤੋੜੀ ਫਿਰ। ਕਹਿੰਦਾ ਕਿਉਂ? ਕਹਿੰਦਾ ਨਾ, ਜੇ ਤੂੰ ਫਲ ਤੋੜੇਗਾ ਤਾਂ ਬੂਟਾ ਸੁੱਕ ਜੂ। ਢੰਡੋਰਾ ਵੱਜ ਗਿਆ ਰਾਜਿਆਂ ਤੱਕ ਗੱਲਾਂ ਪਹੁੰਚ ਗਈਆਂ ਬੂਟੇ ਦੀਆਂ ਵੀ ਕੋਈ ਦੁਨੀਆ ਦੇ ਉੱਤੇ ਹੈਗਾ ਇਹੋ ਜਿਹਾ ਬੰਦਾ ਜਿਹੜਾ ਉਹਦਾ ਫਲ ਤੋੜ ਸਕੇ। ਹਾਂ ਕਹਿੰਦੇ ਭਾਈ ਕੋਈ ਨਾ ਮਿਲਿਆ। ਜਦੋਂ ਕੋਈ ਨਾ ਮਿਲਿਆ, ਇੱਕ ਮਹਿਰਾ ਜਾਂਦਾ ਤੀਗਾ। ਮਹਿਰਾ ਮੋਤੀ ਮਹਿਰੇ ਦੇ ਪਰਿਵਾਰ ਚੋਂ, ਉਹ ਮੋਤੀ ਮਹਿਰੇ ਦੇ ਪਰਿਵਾਰ ਚੋਂ ਜਿਹੜਾ ਉਹ ਜਤੀ ਸੀਗਾ ਤੇ ਉਹ ਤੀਗਾ ਜਤੀ। ਉਹ ਕਹਿੰਦਾ ਭਾਈ ਐਂ ਕਰਾਂ ਤੇ ਤੂੰ ਉਹ ਕਰ ਲਾ। ਕਹਿੰਦਾ ਮੈਂ ਵਗ ਜੂ ਜੀ, ਮੈਂ ਤੋੜ ਦੂੰ ਫਲ। ਤੇ ਉਹ ਕਹਿੰਦਾ ਭਾਈ ਐਂ ਕਰ ਲਾ, ਤੂੰ ਫਲ ਤੂੰ ਤੋੜ ਲਈ ਆ ਜੀ, ਪਰ ਜਦੋਂ ਮੈਂ ਢੋਲ ਵਜਵਾਉਂ। ਕਹਿੰਦਾ ਵੀ ਚੰਗਾ। ਉਹਨੇ ਭਾਈ ਦਾ ਲਾ ਢੋਲ ਮਰਵਾਤਾ ਵੀ ਲੈ ਭਾਈ ਫਲਾਨੀ ਜਗ੍ਹਾ ਤੋਂ ਇੱਕ ਬੰਦਾ ਪਹੁੰਚੂਗਾ, ਉਹ ਜਤੀ ਸਤੀ ਹੈ, ਉਹ ਮੰਨ ਕੇ ਫਲ ਤੋੜ ਦੇਦਾ ਬੂਟੇ ਦਾ। ਵੱਜ ਗਿਆ ਢੋਲ ਭਾਈ, ਇਕੱਠ ਹੋ ਗਿਆ। ਉਹ ਗੀਤਾ ਚਾਲੂ ਕਰਤੀ ਵੀ ਗੀਤਾ ਪੜੂ ਮੈਂ, ਜਦ ਮੈਂ ਸਹਾਰਾ ਦੂੰ ਉਦੋਂ ਬੂਟੇ ਥੱਲੇ ਆਈ, ਉਹਨਾਂ ਚਿਰ ਨਹੀਂ। ਪੜ੍ਹੀ ਗਿਆ ਭਾਈ। ਉਹ ਜਦੋਂ ਮਨ ਉਹਨੇ ਸਹਾਰਾ ਦਿੱਤਾ ਬੂਟੇ ਥੱਲੇ ਗਿਆ, ਉਹ ਜਿਸ ਵਕਤ ਉਹਨੇ ਫਲ ਤੋੜਿਆ ਉਸੇ ਵਕਤ ਬੂਟਾ ਸੁੱਕ ਗਿਆ। ਸੁੱਕ ਗਿਆ ਬੂਟਾ। ਉਹ ਕਹਿੰਦਾ ਭਾਈ ਇਹ ਕੀ ਕਰਿਆ ਤੈਂ? ਮੈਂ ਤੈਨੂੰ ਕਿਹਾ ਤੇ ਵੀ ਉਹ ਬੰਦਾ ਫਲ ਤੋੜਿਓ ਜਿਹੜਾ ਜਤੀ ਹੋਊਗਾ। ਕਹਿੰਦਾ ਬਾਬਾ ਮੈਂ ਜਤੀ ਐ।
मैं सब कुछ है। कहना जे तू जती हुंदा ते बूटा सुकदा नहीं थी। ਇਹਦੀ ਕਹਿੰਦਾ ਤਾਂ 200 ਉਮਰ 200 ਸਾਲ ਉਮਰ ਘਟਾਤੀ 200 ਸਾਲ ਉਮਰ ਇਹਦੀ ਹੋਰ ਤੀ ਅੱਜ ਤੈਂ ਕਹਿੰਦਾ ਇਹਦੀ ਉਮਰ ਘਟਾਤੀ। ਕਹਿੰਦਾ ਬਾਬਾ ਕਿਵੇਂ? ਕਹਿੰਦਾ ਤੇਥੋਂ ਕੋਈ ਵੀ ਗਲਤੀ ਹੋਈ ਹੈ ਜ਼ਿੰਦਗੀ 'ਚ ਹੋਈ ਹੈ ਪਰ ਉਹਦੇ ਯਾਦ ਆ ਗਈ ਗੱਲ। ਉਹ ਕਹਿੰਦਾ ਬਾਬਾ ਗਲਤੀ ਤਾਂ ਕੋਈ ਹੋਈ ਨਹੀਂ ਤੀ ਪਰ ਸ਼ੱਕ ਜ਼ਰੂਰ ਹੋ ਗਈ ਤੀ ਮੇਰੇ ਤੇ। ਕਹਿੰਦਾ ਬਸ ਫਿਰ ਉਹ ਸ਼ੱਕ ਨੇ ਬੂਟਾ ਸਕਤਾ। ਉਹਨੇ ਕਹਿਣ ਦਾ ਭਾਵ ਇਹ ਹੈ ਵੀ ਮੰਨ ਕੇ ਚੱਲ ਦੁਨੀਆ ਦੇ ਉੱਤੇ ਕੋਈ ਵੀ ਬੰਦਾ ਕਹੇ ਗਲਤ ਹੈ ਹਾਂ ਉਹ ਗਲਤੀ ਹੋ ਗਿਆ। ਹਾਂ ਉਹਨੇ ਆਪਦੇ ਜਾਣੇ ਹੰਕਾਰ ਕਰਕੇ ਕਿਹਾ ਸੀ ਪਰ ਇੱਕ ਵਾਰਾਂ ਤੋਂ ਗਲਤੀ ਜ਼ਰੂਰ ਹੋਈ ਸੀ ਤਾਂ ਬੂਟਾ ਸੁੱਕਾ ਸੀ। 200 ਸਾਲ ਉਮਰ ਖਾਧੀ ਉਹਦੀ ਉਹ ਜਤੀ ਨੇ। ਹੁਣ ਜੇ ਮੈਂ ਕਹਾਂ ਵੀ ਮੈਂ ਆ ਜਾਂ ਫਲਾਣਾ ਮੁੰਡਾ ਕਿ ਮੈਂ ਆ ਨਹੀਂ ਦੁਨੀਆ ਦੇ ਉੱਤੇ ਸਾਰੀ ਭੰਤੀ ਦੁਨੀਆ ਹੈ ਇੱਕ ਭੰਤਾ ਨਹੀਂ। ਇਹ ਕਹਾਣੀ 'ਚੋਂ ਇਹ ਸਿੱਖਿਆ ਮਿਲਦੀ ਹੈ ਵੀ ਕੋਈ ਵੀ ਬੰਦਾ ਸਾਫ ਸੁਥਰਾ ਜਤੀ ਨਹੀਂ ਹੋ ਸਕਦਾ ਨਾ ਹੋਵੇ ਨਾ ਹੋ ਸਕੇ। ਹਰੇਕ ਤੋਂ ਟੇਢੀ ਮੇਢੀ ਅੱਖ ਜ਼ਰੂਰ ਝੱਕੇ